ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਇਹ ਜਿਹੜਾ ਪ੍ਰੋਗਰਾਮ ਹੈ ਜੀ, ਇਹ ਡਿਸਕਸ਼ਨ ਦੇ ਬੇਸ ਤੇ ਰਹੇਗਾ ਅੱਜ, ਜਿਹਦੇ ਵਿੱਚ ਸਟੂਡੈਂਟ ਵੀਜ਼ਾ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਚਾਹੇ ਉਹ ਕੈਨੇਡਾ ਹੈ, ਯੂਕੇ ਹੈ ਜਾਂ ਆਸਟ੍ਰੇਲੀਆ ਹੈ, ਕੋਈ ਵੀ ਮਨ ਦੇ ਵਿੱਚ ਤੁਹਾਡੇ ਸਵਾਲ ਆਉਂਦਾ ਤਿੰਨੋਂ ਕੰਟਰੀਜ਼ ਨੂੰ ਲੈ ਕੇ, ਇਸ ਸ਼ੋਅ ਦੇ ਵਿੱਚ ਤੁਸੀਂ ਡਾਇਰੈਕਟਲੀ ਵੀ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਘਰ ਬੈਠਿਆਂ ਤੁਹਾਡੇ ਤੱਕ ਫ੍ਰੀ ਆਫ ਕਾਸਟ ਕਾਉਂਸਲਿੰਗ ਪਹੁੰਚਾਉਣ ਦੀ। ਜਿਹੜੇ ਇਹ ਸਾਰੇ ਸਵਾਲਾਂ ਦੇ ਜਵਾਬ ਦੇਣਗੇ ਉਹ ਐਕਸਪਰਟ ਜਿਹੜੇ ਅੱਜ ਸਾਡੇ ਨਾਲ ਮੌਜੂਦ ਨੇ। ਪਹਿਲੇ ਉਹਨਾਂ ਨਾਲ ਮਿਲਾ ਦਿੰਦੇ ਹਾਂ। ਸੈਟਲਿੰਗ ਅਬਰੋਡ ਤੋਂ ਗੌਰਵ ਤਲਵਾਰ ਜੀ ਮੇਰੇ ਨਾਲ ਮੌਜੂਦ ਰਹਿਣਗੇ। ਗੌਰਵ ਜੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸੋ ਕੋਈ ਵੀ ਮਨ ਦੇ ਵਿੱਚ ਸਵਾਲ ਹੈ ਜੀ, ਜਿਹੜਾ ਨੰਬਰ ਚੱਲ ਰਿਹਾ 95 980 95 980, ਉਹਦੇ ਤੇ ਕਾਲ ਕੀਤੀ ਜਾ ਸਕਦੀ ਹੈ ਤੇ ਸਵਾਲ ਜਿਹੜਾ ਵੀ ਮਨ ਦੇ ਵਿੱਚ ਆਉਂਦਾ ਹੈ ਡਾਇਰੈਕਟਲੀ ਪੁੱਛਿਆ ਜਾ ਸਕਦਾ ਹੈ। ਗੌਰਵ ਜੀ, ਅੱਜ ਦਾ ਸਿਨੈਰੀਓ ਬਿਲਕੁਲ ਵਿਦ ਆਪਾਂ ਸ਼ੁਰੂ ਕਰ ਲਈਏ। ਯੂਕੇ ਤੇ ਕੈਨੇਡਾ ਕੀ ਹੈ? ਦੇਖੋ, ਕੈਨੇਡਾ ਦੇ ਵਿੱਚ ਜੋ ਲਾਸਟ ਅਪਡੇਟ ਇਹ ਹੈ ਕਿ AIPs ਜੋ ਹੈ ਹੁਣ ਰਿਲੀਜ਼ ਹੋਣਗੇ, ਬਟ ਨਾਲ ਦੀ ਨਾਲ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਜੋ ਪ੍ਰੋਸੈਸ ਬਾਇਓਮੈਟ੍ਰਿਕਸ ਦਾ ਚੱਲ ਰਿਹਾ ਉਹ ਇੱਦਾਂ ਹੀ ਚੱਲੂਗਾ। ਔਰ ਬਿਕੋਜ਼ ਜਨਵਰੀ ਤੋਂ ਬਾਅਦ ਸੈਸ਼ਨ ਜੋ ਹੈ ਸੈਪਟੈਂਬਰ ਹੈ, ਹੁਣ ਬੱਚਾ ਐਕਚੁਅਲੀ ਵਿੱਚ ਫਸ ਗਿਆ ਕਿ ਮੈਂ ਜਨਵਰੀ ਦੀ ਆਨਲਾਈਨ ਕਲਾਸਿਸ ਸ਼ੁਰੂ ਕਰਾਂ ਜਾਂ ਸੈਪਟੈਂਬਰ ਤੇ ਜਾਵਾਂ। ਇਹ ਤੁਹਾਡੀ ਜੋ ਦੁਵਿਧਾ ਦਾ ਜੋ ਹੱਲ ਹੈ ਉਹ ਤੁਹਾਡਾ ਕੰਸਲਟੈਂਟ ਕਰ ਸਕਦਾ ਹੈ। ਉਹਦਾ ਕਾਰਨ ਕੀ ਹੈ ਕਿ ਲੈਟ ਸਪੋਜ਼ ਮੇਰੇ ਕੋਲ ਜਿੰਨੇ ਵੀ ਬੱਚੇ ਸੀ ਉਹਨਾਂ ਦਾ ਫਿਰ ਕਾਲਜਸ ਨਾਲ ਅਸੀਂ ਗੱਲ ਕੀਤੀ ਕਿ ਅਗਰ ਕਿਉਂਕਿ ਸਟਿਲ ਬਾਇਓਮੈਟ੍ਰਿਕਸ ਡੇਟ ਮਿਲ ਰਹੀਆਂ ਸੀ, ਤਾਂ ਜਿਨ੍ਹਾਂ ਦਾ ਬਾਇਓਮੈਟ੍ਰਿਕਸ ਡੇਟ ਮਿਲੀਆਂ ਨੇ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਓਰੀਐਂਟੇਸ਼ਨ ਸ਼ੁਰੂ ਕਰੋ ਔਰ ਫੋਰ ਅ 1 ਮੰਥ ਫੋਰ ਅ 2 ਮੰਥ ਤੁਹਾਨੂੰ ਪੜ੍ਹਾਉਣਾ ਪਏ, ਤੁਸੀਂ ਬੱਚੇ ਤੋਂ ਚਾਰਜ ਕੁਛ ਨਹੀਂ ਕਰੋਗੇ, ਤਾਂ ਕਿ ਕੱਲ ਨੂੰ ਬੱਚਾ ਕੱਲ ਨੂੰ ਇਨ ਐਨੀ ਕੇਸ ਕੋਈ ਬੱਚਾ ਰਿਫਿਊਜ਼ ਹੋ ਜਾਂਦਾ ਤਾਂ ਫਿਰ ਉਹਦੀ ਫੀਸ ਜੋ ਹੈ ਉਹ ਡਿਡਕਸ਼ਨ ਨਾ ਹੋਵੇ। ਤਾਂ ਹੁਣ ਜੋ ਹੈ ਹੁਣ ਪੂਰਾ ਦਾਰੋ ਮਦਾਰ ਤੁਹਾਡੇ ਏਜੰਟਸ ਤੁਹਾਡੇ ਕੰਸਲਟੈਂਟਸ ਤੇ ਆ ਗਿਆ ਹੈ, ਕਿਉਂਕਿ ਇੰਨਾ ਲੰਬਾ ਟਾਈਮ ਐਕਸਟੈਂਸ਼ਨ ਦਿਵਾਉਣਾ ਇੱਕ ਬਹੁਤ ਡਿਫਿਕਲਟ ਟਾਸਕ ਹੈ। ਫਿਰ ਉਸ ਤੋਂ ਬਾਅਦ ਗੈਪ ਕ੍ਰੀਏਟ, ਉਸ ਤੋਂ ਬਾਅਦ ਫਿਰ ਸੈਪਟੈਂਬਰ ਵਿੱਚ ਕੀ ਰੂਲਸ ਰਹਿਣਗੇ, AIP ਆਊਗਾ ਨਹੀਂ ਆਊਗਾ, ਉਸ ਸਮੇਂ ਨਵਾਂ ਬੱਚਾ ਵੀ ਅਪਲਾਈ ਕਰੂਗਾ। ਤਾਂ ਇਸ ਲਈ ਇਹ ਜ਼ਰੂਰ ਦੇਖਣਾ ਹੈ ਬਿਫੋਰ ਟੇਕਿੰਗ ਐਨੀ ਡਿਸੀਜ਼ਨ, ਜਿੰਨੇ ਵੀ ਐਸਪੈਕਟਸ ਹੈ ਉਹ ਸਾਰੇ ਚੈੱਕ ਕਰ ਲੈਣੇ ਹੈ ਕਿ ਕੀ ਮੈਂ ਇਸ ਕੀ ਡਿਸੀਜ਼ਨ ਜੋ ਹੈ ਮੇਰੇ ਲਈ ਠੀਕ ਰਹੇਗਾ। ਮੈਕਸਿਮਮ ਵੀ ਵਿਲ ਟਰਾਈ ਕਿ ਮਈ ਤੱਕ ਮਿਲ ਜਾਏ ਜਾਂ ਮਹੀਨਾ 1.5 ਮਹੀਨੇ ਦੀ ਐਕਸਟੈਂਸ਼ਨ ਲੈਟਰ ਮਿਲ ਜਾਏ, ਤਾਂ ਕਿ ਸਟੂਡੈਂਟ ਦਾ ਇੰਨਾ ਵੱਡਾ ਗੈਪ ਜੋ ਹੈ ਉਹ ਕ੍ਰੀਏਟ ਨਾ ਹੋਵੇ। ਜਿਹੜੇ ਇਹ ਗੱਲੋਂ ਸੀਗੇ ਵੀ ਅਸੀਂ 2 ਸਟੈਪ ਵੀਜ਼ਾ ਦੇ ਵਿੱਚ ਜਾਣਾ ਨਹੀਂ ਜਾਂ ਅਪਲਾਈ ਕੀਤਾ ਤੇ ਅਸੀਂ ਚਾਹੁੰਦੇ ਵੀ ਸਿੱਧਾ ਵੀਜ਼ਾ ਲੈ ਕੇ ਜਾਈਏ, ਉਹ ਬੱਚਿਆਂ ਨੇ ਡੈਫਰ ਵੀ ਕਰਵਾਏ। ਜਿਵੇਂ ਕਈਆਂ ਦੇ ਸਤੰਬਰ ਇਨਟੇਕ ਸੀਗਾ, ਉਹਨਾਂ ਨੂੰ ਲੱਗਿਆ ਵੀ ਨਹੀਂ ਜੈਨ 'ਚ ਵੀਜ਼ਾ ਮਿਲਣਗੇ, ਜੈਨ ਡੈਫਰ ਲੈ ਲਈ। ਕਈ ਤਿੰਨ ਇਨਟੇਕ ਡੈਫਰ ਕਰਾ ਚੁੱਕੇ, ਮਈ ਵਿੱਚ ਸੀਗੇ, ਮਈ ਤੋਂ ਸੈਪਟੈਂਬਰ ਆ ਗਏ, ਸੈਪਟੈਂਬਰ ਤੋਂ ਜਨਵਰੀ ਆ ਗਏ। ਹੁਣ ਕੀ ਸਿਨੈਰੀਓ ਰਹੂਗਾ, ਉਹਨਾਂ ਦਾ ਕੀ ਸਟੇਟਸ ਰਹੇਗਾ, ਕੀ ਇੰਪੈਕਟ ਪਏਗਾ? ਕਿਉਂਕਿ ਜੈਨ ਵੀ ਫਿਰ ਸਟੂਡੈਂਟਸ ਦਾ ਫੀਚਰ ਆ ਗਿਆ। ਦੇਖੋ, ਜੋ ਦੇਸ਼ ਪ੍ਰਦੇਸ਼ ਹੈ ਇਹ ਇੱਕ ਐਜਾ ਮੰਚ ਹੈ ਜਿਹਦੇ ਵਿੱਚ ਹਰ ਫੀਲਡ ਦਾ ਮਿਨੀਮਮ ਮੈਨੂੰ ਲੱਗਦਾ ਜੋ ਵੀ ਲੋਕ ਆ ਰਹੇ ਨੇ ਸਭ ਨੂੰ 10 ਸਾਲ ਤੋਂ ਉੱਤੇ ਐਕਸਪੀਰੀਅੰਸ ਹੈ। ਤਾਂ ਜੋ ਅਸੀਂ ਰਾਏ ਦੇ ਰਹੇ ਹਾਂ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਔਰ ਪੂਰੇ ਦੁਨੀਆ 'ਚ ਉਹੀ ਰਾਏ ਵੈਲਿਡ ਰਹਿਣੀ ਹੈ, ਉਸ ਤੋਂ ਅਲੱਗ ਰਾਏ ਨਹੀਂ ਹੋ ਸਕਦੀ। ਉਹਦਾ ਕਾਰਨ ਇਹ ਹੈ ਕਿ ਬਿਲਕੁਲ ਨੌਲੇਜ ਦੇ ਤਹਿਤ ਗੱਲ ਦੱਸਦੇ ਹਾਂ। ਜੇ ਮਈ ਵਾਲੇ ਪੜ੍ਹੇ ਤਾਂ ਉਹ ਫਾਇਦਾ ਵਿੱਚ ਰਹੇ, ਸੈਪਟੈਂਬਰ ਵਾਲੇ ਕਿਉਂਕਿ ਉਹਨਾਂ ਨੂੰ ਪਾਸਪੋਰਟ ਸਬਮਿਸ਼ਨਸ ਆਈਆਂ, ਫਲਾਈ ਕਰ ਰਹੇ ਆ, ਸਤੰਬਰ ਵਾਲੇ ਪੜ੍ਹੇ ਉਹ ਫਾਇਦੇ 'ਚ ਰਹਿਣਗੇ। ਜੋ ਸਿਰਫ ਇਸ ਗੱਲਾਂ ਵਿੱਚ ਰਹਿ ਗਏ ਕਿ ਮੈਂ ਅੱਗੇ ਜਦੋਂ ਜਾਊਂਗਾ ਜਦੋਂ ਫਲਾਈ ਹੋਣਗੇ, ਅੱਜ ਵੀ ਉਹਨਾਂ ਨੂੰ ਕਰਨਾ ਉਹੀ ਪੈਣਾ, ਫਾਈਲਾਂ ਲਾਤੀਆਂ ਕਿਉਂਕਿ ਫਲਾਈ ਹੋਵਾਂਗੇ, ਗੱਲ ਫਿਰ ਉੱਥੇ ਹੀ ਖੜ ਗਈ। ਤਾਂ ਇਹ ਗੱਲ ਤਾਂ ਮੰਨਣੀ ਪੈਣੀ ਹੈ। ਔਰ ਉਸ ਤੋਂ ਬਾਅਦ ਤੁਹਾਨੂੰ ਬਹੁਤ ਸਾਰੇ AIP ਵਾਇਲੇਸ਼ਨ ਵਿੱਚ ਰਿਜੈਕਟ ਹੋਏ, ਬਹੁਤ ਸਾਰੇ ਬੱਚੇ ਡਾਕੂਮੈਂਟਸ ਜਾਂ ਉਸ ਤੋਂ ਬਾਅਦ ਮੈਡੀਕਲ ਸੈਕਿੰਡ ਸਟੇਜ 'ਤੇ ਜੋ ਹੈ ਉਹ ਰਿਫਿਊਜ਼ ਹੋ ਗਏ। ਜੋ ਬੱਚਾ ਵਾਇਲੇਸ਼ਨ ਕਰਦਾ ਮਿਲਿਆ ਉਹਨੂੰ ਤਾਂ ਉਹਨਾਂ ਨੇ ਰਿਫਿਊਜ਼ ਕੀਤਾ ਹੀ ਕੀਤਾ। ਉਸ ਤੋਂ ਬਾਅਦ 에ਅਰਪੋਰਟ ਤੇ ਮੈਂ ਚਾਹੁੰਦਾ ਥੋੜਾ ਜਿਹਾ ਵਾਇਲੇਸ਼ਨ ਨੂੰ ਵੀ ਬਰੀਫ ਕਰ ਦਿਓ, ਕੀ ਚੀਜ਼ਾਂ ਉਹਦੇ 'ਚ ਆ ਜਾਂਦੀਆਂ ਜਿਹਦੇ ਕਰਕੇ ਰਿਜੈਕਸ਼ਨ ਦਾ ਸਾਹਮਣਾ? ਦੇਖੋ, AIPs ਅਪਰੂਵਲ ਇਨ ਪ੍ਰਿੰਸੀਪਲ ਕੁਛ ਟਰਮਸ ਐਂਡ ਕੰਡੀਸ਼ਨ ਦੇ ਅੰਡਰ ਤੁਹਾਨੂੰ ਦਿੱਤਾ ਗਿਆ। ਉਹਦਾ ਕਾਰਨ ਕੀ ਸੀ ਕਿ ਤੁਸੀਂ ਆਪਣੀ ਕਲਾਸਿਸ ਨਾ ਮਿਸ ਕਰੋ, ਪੜ੍ਹੋ, ਆਪਣੀ ਪੜ੍ਹਾਈ ਸ਼ੁਰੂ ਕਰੋ। ਮੈਂ ਤੁਹਾਨੂੰ ਅਗਰ ਤੁਸੀਂ ਕੋਈ 10-20 ਬੱਚਿਆਂ ਦਾ ਐਗਜ਼ਾਮਪਲ ਲੈ ਲਓ ਜਿਨ੍ਹਾਂ ਦੇ AIPs ਇਸ਼ੂ ਸੀ, ਜੋ ਡੈਫਰ ਕਰਾਉਂਦੇ ਰਹੇ ਉਹ ਅੱਜ ਵੀ ਨਹੀਂ ਜਾ ਪਾਏ ਹੈ। ਉਹਨਾਂ ਦੀ ਕੋਈ ਨਾ ਕੋਈ ਹਾਈ ਕਮਿਸ਼ਨ ਨੇ ਪ੍ਰੋਬਲਮ ਜਾਂ ਬਾਇਓਮੈਟ੍ਰਿਕਸ ਕਰਨ ਤੋਂ ਬਾਅਦ ਹੀ ਰਿਫਿਊਜ਼ ਕਰਤਾ ਉਹਨਾਂ ਨੂੰ, AIP ਆਉਣ ਦੇ ਬਾਵਜੂਦ ਵੀ। ਬਟ ਜੋ ਪੜ੍ਹੇ, ਜਿਨ੍ਹਾਂ ਨੇ ਕਲਾਸਿਸ ਲਾਈ, ਜਿਨ੍ਹਾਂ ਕੋਲ ਪ੍ਰੋਪਰ ਹੈਗਾ, ਉਹ ਫਲਾਈ ਕਰ ਪਾ ਰਹੇ ਨੇ। ਇੱਕ ਚੀਜ਼, 2 ਚੀਜ਼ਾਂ ਬਿਲਕੁਲ ਕਲੀਅਰ ਦੱਸਣਾ ਚਾਹੁੰਦਾ। UK ਵਿੱਚ ਤੁਸੀਂ ਸਪਾਊਸ ਨਾਲ ਜਾਣਾ ਚਾਹੁੰਦੇ ਹੋ, ਟੂਰਿਸਟ ਤੇ ਜਾਣਾ ਚਾਹੁੰਦੇ ਹੋ। ਕੈਨੇਡਾ ਤੁਸੀਂ ਸਪਾਊਸ ਕੇਸ ਲਾਉਣਾ ਚਾਹੁੰਦੇ ਹੋ, ਟੂਰਿਸਟ ਲਾਉਣਾ ਚਾਹੁੰਦੇ ਹੋ।
ਉਹਦਾ ਪ੍ਰੋਸੈਸਿੰਗ ਟਾਈਮ ਇਸ ਸਮੇਂ ਬਹੁਤ ਜ਼ਿਆਦਾ ਹੈ। ਔਰ ਇੱਕ ਗੱਲ ਸਮਝ ਲਓ, ਅਗਰ ਫੰਡਸ ਤੁਹਾਡੇ ਆਪਣੇ ਨਹੀਂ ਹੈ, ਮੈਕਸਿਮਮ ਪੰਜਾਬ ਵਿੱਚ ਕੀ ਹੁੰਦਾ ਕਿ ਅਸੀਂ ਫੰਡਸ ਬੋਰੋ ਕਰਦੇ ਹਾਂ, ਕਿਸੇ ਤੋਂ ਵਿਆਜ ਤੇ ਲੈ ਲੈਂਦੇ ਹਾਂ, ਰਿਸ਼ਤੇਦਾਰਾਂ ਤੋਂ ਲੈ ਲੈਂਦੇ ਹਾਂ। ਅਸੀਂ ਇਹ ਸੋਚਦੇ ਹਾਂ ਕਿ 1 ਮਹੀਨੇ 'ਚ ਰਿਜ਼ਲਟ ਆ ਜਾਏਗਾ, 2 ਵਿੱਚ ਆ ਜਾਊਗਾ, ਨਹੀਂ ਆਊਗਾ। ਅੱਜ ਵੀ ਬਹੁਤ ਸਾਰੇ ਸਪਾਊਸ ਕੇਸਿਸ ਦੀ ਸਾਨੂੰ ਮੇਲ ਰਿਸੀਵ ਹੋਈ, ਹਾਈ ਕਮਿਸ਼ਨ ਕਹਿ ਰਿਹਾ ਹੈ ਕਿ ਵੇਟ ਕਰੋ, ਇਟ ਵਿਲ ਟੇਕ ਅ ਟਾਈਮ। ਤਾਂ ਇਸ ਲਈ ਖਾਸ ਕਰ ਇਫ ਯੂ ਅਪਲਾਈਂਗ ਫॉर ਅ ਟੂਰਿਸਟ ਵੀਜ਼ਾ, ਇਫ ਯੂ ਅਪਲਾਈਂਗ ਫॉर ਅ ਸਪਾਊਸ ਵੀਜ਼ਾ, ਤਾਂ ਬਹੁਤ ਸੋਚ ਸਮਝ ਕੇ ਲਾਉਣਾ, ਕਿਉਂਕਿ ਜੋ ਪ੍ਰੋਸੈਸਿੰਗ ਟਾਈਮ ਹੈ ਉਹ 200 ਦਿਨ ਵੀ ਲਿਖਿਆ ਆ ਰਿਹਾ। ਤਾਂ ਫਿਰ ਤੁਹਾਡਾ ਇੱਕ ਵਾਰੀ ਫਾਈਲ ਫਸ ਗਈ, ਫਿਰ ਤੁਸੀਂ ਕਿਸੇ ਤਰਫ ਜਾਣ ਜੋਗੇ ਨਹੀਂ ਰਹੋਗੇ। ਤਾਂ ਇਸ ਲਈ ਬਹੁਤ ਸੋਚ ਸਮਝ ਕੇ ਡਿਸੀਜ਼ਨ ਲੈਣਾ, ਕਿਉਂਕਿ ਇਹ ਬਹੁਤ ਜ਼ਿਆਦਾ ਹੁੰਦਾ, ਬਹੁਤ ਜ਼ਿਆਦਾ ਐਡਵਰਟਾਈਜ਼ਮੈਂਟ ਆਉਂਦੀ ਹੈ ਕਿ ਇਹਦਾ ਟੂਰਿਸਟ ਆ ਗਿਆ ਜੀ, ਇਹ ਚਲਾ ਗਿਆ ਜੀ, ਫਲਾਣਾ ਜੀ। ਹਾਲੇ ਕਿਸੇ ਦਾ ਕੋਈ ਟਰੈਵਲ ਪਲਾਨ ਨਹੀਂ ਹੈ। ਤਾਂ ਇਸ ਗੱਲ ਤੋਂ, ਔਰ ਖਾਸ ਕਰ ਸਪਾਊਸ ਕੇਸਿਸ ਵਿੱਚ, ਕਿਉਂਕਿ ਫਿਰ ਮੁੜ ਕੇ ਇੱਕ ਹੀ ਆਨਸਰ ਹੁੰਦਾ ਕਿ ਹਾਈ ਕਮਿਸ਼ਨ ਦੇ ਲੈਵਲ ਤੇ ਜੋ ਹੈ ਉਹ ਟਾਈਮ ਲੱਗ ਰਿਹਾ, ਔਰ ਇਹ ਲੰਬਾ ਪ੍ਰੋਸੈਸ ਹੈ। ਇਸ ਲਈ ਸੋਚ ਸਮਝ ਕੇ ਇਹਦੇ ਤੁਸੀਂ ਹੱਥ ਪਾਣਾ। ਅਗਰ ਫੰਡਸ ਤੁਹਾਡੇ ਆਪਣੇ ਨਹੀਂ ਹੈ ਤਾਂ ਫਿਰ ਤੁਸੀਂ ਹੱਥ ਨਹੀਂ ਪਾਣਾ, ਤੁਹਾਨੂੰ ਪ੍ਰੋਬਲਮ ਕ੍ਰੀਏਟ, ਉਹ ਵਾਇਲੇਸ਼ਨ ਚ ਗਿਣਿਆ ਜਾਏਗਾ। ਬਿਲਕੁਲ। ਕਾਲ ਲੈਣੇ ਜੀ। ਹੈਲੋ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਐਕਚੁਅਲੀ ਮੈਂ ਕਿਊਬਿਕ ਵਾਲੀ ਸਾਈਡ ਅਪਲਾਈ ਕੀਤਾ ਸੀ, ਉਹਦੇ ਬਾਰੇ ਹਰ ਵਾਰ ਤੁਸੀਂ ਡਿਸਕਸ ਕਰਦੇ ਹੋ। ਮੈਂ ਤੁਹਾਨੂੰ ਪੁੱਛਣਾ, ਮੇਰੀ AIP ਵੀ ਆਈ ਹੋਈ ਹੈ ਤੇ ਮੈਂ ਸਤੰਬਰ ਦੀਆਂ ਕਲਾਸਿਸ ਵੀ ਲਗਾ ਰਿਹਾ। ਮੇਰਾ ਫਸਟ ਸਮੈਸਟਰ ਟੋਟਲੀ ਕੰਪਲੀਟ ਹੋ ਗਿਆ, ਹੁਣ ਮੈਂ ਅਗਲਾ ਸਮੈਸਟਰ ਸ਼ੁਰੂ ਕਰਨਾ ਤੇ ਮੇਰਾ ਕਾਲਜ ਜਿਹੜੀ ਸਸਪੈਂਡਡ ਲਿਸਟ ਵਿੱਚ ਹੈ। ਮੈਂ ਬਹੁਤ ਜ਼ਿਆਦਾ ਵਰੀਡ ਸੀ ਕਿ ਮੈਨੂੰ ਪਾਸਪੋਰਟ ਦੀ ਰਿਕੁਐਸਟ ਵੀ ਨਹੀਂ ਆਈ, ਬਾਇਓਮੈਟ੍ਰਿਕ ਹੋਈ ਨੂੰ ਵੀ ਮਹੀਨਾ ਹੋ ਗਿਆ, ਪਲੱਸ ਹੀ ਹੋ ਗਿਆ ਮਹੀਨੇ ਨਾਲ। ਇਹ ਬਹੁਤ ਸਸਪੈਂਡਡ ਕਾਲਜ ਦੇ ਵਿੱਚ ਹੀ ਤਾਂ ਕਰਕੇ ਵਰੀਡ ਸੀ। ਨਹੀਂ, ਤੁਹਾਡਾ ਕਾਲਜ ਉਸ ਲਿਸਟ ਵਿੱਚ ਹੈਗਾ ਜੀ। ਸਸਪੈਂਡਡ ਕਾਲਜ ਵਿੱਚ ਹੈਗਾ, AIP ਮੇਰੀ ਆਈ ਸੀ ਸਰ। ਮੈਂ ਸਮਝ ਗਿਆ, ਪਰ ਇਹਦੇ ਵਿੱਚ ਇਹ ਹੈ ਕਿ ਤੁਸੀਂ, ਤੁਹਾਡੇ ਲਈ ਬੈਸਟ ਆਪਸ਼ਨ ਇਹ ਹੈ, ਮੇਰੇ ਕੋਲ ਬੜੇ ਸਾਰੇ ਬੱਚੇ ਸੀ ਜਿਨ੍ਹਾਂ ਨੇ ਇੱਕ ਸਮੈਸਟਰ ਇੱਕ ਕਾਲਜ ਦੇ ਵਿੱਚ ਲਾ ਲਿਆ, ਬਟ ਅਸੀਂ ਕਾਲਜ ਮਾਈਗ੍ਰੇਟ ਕਰਤਾ ਕਿ ਤੁਸੀਂ ਇੱਕ ਸੈਸ਼ਨ ਦਾ ਉੱਥੇ ਕੰਪਲੀਟ ਕਰ ਲਿਆ। ਤਾਂ ਜੋ CAQ ਹੈ ਨਵੀਂ ਪਾਤੀ, ਕਿਉਂਕਿ ਪ੍ਰੋਬਲਮ ਇਹ ਹੈ ਕਿ ਜਦ ਤੱਕ ਇਹ ਸਸਪੈਂਡ ਰਹਿਣਗੇ CAQ, ਪਾਸਪੋਰਟ ਤੇ ਵੀਜ਼ਾ ਟਰੈਵਲ ਹੋ ਕੇ ਨਹੀਂ ਆਊਗਾ ਇਹਨਾਂ ਨੂੰ। ਅੱਛਾ, ਹੁਣ ਇਹਦੇ ਚ ਬੱਚੇ ਦਾ ਕੋਈ ਕਸੂਰ ਨਹੀਂ? ਬਿਲਕੁਲ ਕਸੂਰ ਅਸੀਂ ਏਜੰਟ ਦਾ ਵੀ ਨਹੀਂ ਗਿਣਦੇ, ਕਿਉਂਕਿ ਉਸ ਟਾਈਮ ਤੇ ਜਦੋਂ ਅਪਲਾਈ ਹੋਇਆ ਸੀ, AIP ਆਏ ਸੀਗੇ, ਉਦੋਂ ਕੋਈ ਵੀ ਇਨਵੈਸਟੀਗੇਸ਼ਨ ਦੇ ਘੇਰੇ ਚ ਨਹੀਂ ਸੀਗਾ। ਠੀਕ ਹੈ, ਅੱਜ ਗਲਤੀ ਏਜੰਟ ਦੀ ਵੀ ਨਹੀਂ, ਗਲਤੀ ਸਟੂਡੈਂਟ ਦੀ ਵੀ ਨਹੀਂ, ਬਟ ਪੈਸ ਸਟੂਡੈਂਟ ਰਿਹਾ। ਦੇਖੋ, ਉਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਹਮੇਸ਼ਾ ਜਦੋਂ ਮੈਸੇਂਜਰ ਜਾਂ ਜੋ ਟਰੈਵਲਰ ਹੁੰਦਾ ਔਰ ਜੋ ਐਜੂਕੇਸ਼ਨ ਪ੍ਰੋਵਾਈਡਰ ਹੁੰਦਾ ਜਾਂ ਜਿੱਥੇ ਤੁਸੀਂ ਕੰਮ ਕਰਨਾ ਹੁੰਦਾ, ਜਿੱਥੇ ਜਾਣਾ ਹੁੰਦਾ, ਉੱਥੇ ਪ੍ਰੋਬਲਮ ਤੁਹਾਨੂੰ ਇਹ ਕ੍ਰੀਏਟ ਹੁੰਦੀ ਆ ਕਿ ਇਸ ਜਗ੍ਹਾ ਤੇ ਜਾਂ ਉਸ ਜਗ੍ਹਾ ਤੇ ਕੋਈ ਪ੍ਰੋਬਲਮ ਆ ਜਾਏਗੀ ਤਾਂ ਦੋਨੋਂ ਧਿਰਾਂ ਵਿੱਚ ਇੱਕ ਜਣਾ, ਔਰ ਖਾਸ ਕਰ ਮੈਸੇਂਜਰ ਜਾਂ ਟਰੈਵਲਰ ਜ਼ਿਆਦਾ, ਜਿਹਨੂੰ ਆਪਾਂ ਸਟੂਡੈਂਟ ਵੀ ਕਹਿ ਸਕਦੇ ਹਾਂ, ਉਹ ਜ਼ਿਆਦਾ ਡਿਫਿਕਲਟੀ ਫੇਸ ਕਰਦਾ। ਤਾਂ ਤੁਹਾਡੇ ਲਈ ਬੈਸਟ ਆਪਸ਼ਨ ਇਹ ਹੈ ਕਿ ਇਨ ਸੈਕਿੰਡ ਸੈਸ਼ਨ ਤੁਸੀਂ ਆਪਣੀ ਏਜੰਟ ਨਾਲ ਗੱਲ ਕਰੋ, ਯੂ ਕੈਨ ਚੇਂਜ ਯੋਰ ਕਾਲਜ, ਉਧਰ ਨੂੰ ਮਾਈਗ੍ਰੇਟ ਹੋ ਜਾਓ, ਔਰ ਉਸ ਤੋਂ ਬਾਅਦ CAQ ਨਵਾਂ ਇਸ਼ੂ ਕਰਾ ਲਓ। ਕਿਉਂਕਿ ਪ੍ਰੋਵਿੰਸ ਹੀ ਚੇਂਜ ਕਰ ਲੈਣ। ਹਾਂ, ਪ੍ਰੋਵਿੰਸ ਚੇਂਜ ਕਰ ਲੈਣ, ਸੇਮ ਹੈ, ਉਹ ਜ਼ਿਆਦਾ ਬੈਟਰ ਹੈ। ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਕਿਊਬਿਕ, ਕਈਆਂ ਦੀ ਕੁਝ ਪਰਸਨਲ ਪਸੰਦ ਹੁੰਦੀ ਹੈ ਜਾਂ ਕਿਊਬਿਕ ਵਿੱਚ ਕੁਝ ਰਿਲੇਟਿਵਸ ਹੁੰਦੇ ਆ। ਇਹ ਅਗਰ ਤੁਹਾਡਾ ਕਾਰਨ ਨਹੀਂ ਹੈ, ਫਿਰ ਤੁਸੀਂ ਇਸ ਤਰਫ ਆ ਜਾਓ ਔਰ ਤੁਸੀਂ ਪ੍ਰੋਵਿੰਸ ਚੇਂਜ ਕਰ ਲਓ। ਇੱਕ ਸੈਸ਼ਨ ਦੀ ਫੀਸ ਤੁਸੀਂ ਦੇ ਹੀ ਚੁੱਕੇ ਹੋ, ਫਿਰ ਤੁਹਾਡਾ ਹੋ ਜਾਊਗਾ। ਨੈਕਸਟ ਕਾਲ ਲੈਣੀ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। हाँ जी, टीवी पे प्रोग्राम चल रहा है, आप बोल रहे हो? जी सत श्री अकाल मैम, पूछो जी की पूछना चाहते हो? हाँ जी, सत श्री अकाल मैम, की पूछना चाहते हो जी? हाँ जी सर, मैं ना, मेरे मुंडे ने फाइल लाई हुई थी अपनी कैनेडा दी। हाँ जी, ओदी रिफ्यूजल आ गई जी। की कारण है जी रिफ्यूजल दे, की लिख के आया? ਰਿਫਿਊਜ਼ਲ ਦੇ ਵਿੱਚ ਲਿਖ ਕੇ ਆਇਆ ਸੀ 114.5 ਬੈਡ ਸੀਗੇ, ਓਵਰਆਲ 6.5 ਸੀਗੇ। ਅੱਛਾ ਜੀ। ਕੈਨੇਡਾ ਦੀ ਫਾਈਲ ਲਾਈ ਹੋਈ ਸੀ ਉਹਨਾਂ ਨੇ। ਬਾਕੀ ਉਹਨਾਂ ਨੇ ਲਿਖ ਕੇ ਲਾਇਆ ਕਿ ਤੁਸੀਂ ਇੱਥੇ ਕੰਮ ਨਹੀਂ ਕਰਨਾ ਚਾਹੁੰਦੇ, ਤੁਸੀਂ ਇੱਥੇ ਕੰਮ ਕਰਨ ਆਉਣਾ ਚਾਹੁੰਦੇ ਹੋ, ਪੜ੍ਹਨ ਨਹੀਂ ਆਉਣਾ ਚਾਹੁੰਦੇ। ਇੰਟੈਂਸ਼ਨਸ ਕਲੀਅਰ ਨਹੀਂ। ਸਟੱਡੀ ਕੀ ਕੀਤੀ ਹੋਈ ਹੈ ਜੀ ਬੱਚੇ ਨੇ? ਪਹਿਲਾਂ ਕਮਰਸ ਕੀਤੀ ਹੋਈ ਹੈ, ਅਕਾਊਂਟ ਦਾ। ਪਲੱਸ 2 ਕੀਤੀ ਹੈ? ਨਹੀਂ, ਇਹਨੇ BCom ਕੀਤੀ ਹੋਈ ਹੈ। BCom ਕੀਤੀ ਹੈ ਜੀ। ਕਿਹੜੇ ਈਅਰ ਚ ਕੀਤੀ ਹੈ? ਹਾਂਜੀ, ਸਾਲ ਕਿਹੜੇ ਚ ਪਾਸ ਕੀਤੀ ਹੈ ਜੀ BCom? BCom ਇਹ ਤਾਂ ਹੁਣ ਮੈਨੂੰ ਚੇਤੇ ਨਹੀਂ, 2-3 ਸਾਲ ਹੋ ਗਏ। ਤੁਸੀਂ ਨਾ ਸਾਨੂੰ ਆਈਲੈਟਸ ਕਰਾਉਂਦੇ ਨੇ ਉਹਨੂੰ। ਤੁਸੀਂ ਨਾ ਜੀ ਆ ਜਿਹੜਾ ਨੰਬਰ ਤੇ ਕਾਲ ਕੀਤਾ ਨਾ ਜੀ 95 980 95 980, ਇਹਦੇ ਤੇ ਇੱਕ ਵਾਰ ਡਾਕੂਮੈਂਟ WhatsApp ਕਰ ਦਿਓ
ਤੁਹਾਨੂੰ ਬੈਕ ਕਾਲ ਕਰਕੇ ਸਾਰਾ ਦੱਸ ਦੇਣਗੇ ਅੱਗੋਂ ਸਕੋਪ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਉਹਦੇ ਵਿੱਚ ਕੀ ਹੈ ਮੈਂ ਦੱਸਦਾ। ਇਹਦੇ ਵਿੱਚ ਨਾ ਇੱਕ ਤਾਂ ਪ੍ਰੋਬਲਮ ਅਸੀਂ ਪਹਿਲੇ ਤੁਹਾਨੂੰ ਕਿਹਾ ਕਿ ਬਹੁਤ ਵਾਰੀ ਆਇਲਸ ਕਰਦੇ ਹੋ ਔਰ ਜਦੋਂ ਕੰਸਲਟੈਂਟ ਆਇਲਸ ਦਾ ਗੈਪ ਕ੍ਰੀਏਟ ਕਰਕੇ ਲਾ ਦਿੰਦਾ ਨਾ ਕਿ ਅਸੀਂ ਸਾਲ ਆਇਲਸ ਕਰਦੇ ਮੇਰੇ ਖਿਆਲ ਉੱਥੇ ਉਹਨਾਂ ਨੇ ਕਿਹਾ ਵੀ 2 ਸਾਲ ਹੋ ਗਏ ਆਇਲਸ ਕਰਦੇ। ਹਾਂ ਆਇਲਸ ਕਰਦੇ ਉਹ ਫਿਰ ਜਦੋਂ ਤੁਸੀਂ ਹੋਰ ਕੁਝ ਨਹੀਂ ਮਿਲਦਾ ਬੇਸਿਕ ਜੋ ਉਹ ਕਹਿੰਦਾ ਕਿ ਆਪਾਂ ਸਹੀ ਲਾਉਣਾ ਆਪਾਂ ਹੀ ਲਾ ਦਿੰਦੇ ਆਪਾਂ 4 ਵਾਰ ਆਇਲਸ ਕਰ ਰਹੇ ਸੀ। ਮੈਂ ਬਹੁਤ ਵਾਰੀ ਇਹ ਗੱਲ ਤੋਂ ਸਮਝਾਇਆ ਕਿ ਇਹ ਗੱਲ ਵੀ ਸਾਡੇ ਖਿਲਾਫ ਜਾਂਦੀ ਹੈ ਜਿਸ ਵਜ੍ਹਾ ਤੇ ਉਹ ਇੰਟੈਂਸ਼ਨ ਖੜੀ ਕਰ ਦਿੰਦੇ ਆ। ਤੁਹਾਡਾ ਕਮਿਊਨੀਕੇਸ਼ਨ ਸਕਿੱਲਸ ਇੰਨੇ ਨਹੀਂ ਹੈਗੇ ਵੀ ਤੁਸੀਂ ਇੰਪਰੂਵ ਹੀ ਨਹੀਂ ਕਰ ਪਾਏ ਨਾ ਤੁਸੀਂ ਆਫਟਰ ਗ੍ਰੈਜੂਏਸ਼ਨ ਵੀ। ਫਿਰ ਉੱਥੇ ਸਟੱਡੀ ਸਾਰੀ ਇੰਗਲਿਸ਼ ਚ। ਹਾਂ ਇੰਗਲਿਸ਼ ਵਿੱਚ ਫਿਰ 1 ਸਾਲ ਦਾ ਕੋਰਸ ਲਿੱਤਾ ਹੋਣਾ 100%। 1 ਸਾਲ ਤੋਂ ਬਾਅਦ ਜਦੋਂ ਤੁਸੀਂ 2 ਸਾਲ ਵਿੱਚ 6.5 1 ਵਿੱਚ 5.5 ਹੈ ਜਦੋਂ ਤੁਸੀਂ 1 ਸਾਲ ਬਾਅਦ ਫਿਰ ਤੁਹਾਨੂੰ 888 ਲੈਣੇ ਪੈਣਗੇ ਜਾਂ 777 ਲੈਣੇ ਪੈਣਗੇ ਫਿਰ ਉਹ ਕਿਵੇਂ ਲਾਉਂਗੇ। ਤਾਂ ਬੜੀ ਸਾਰੀ ਚੀਜ਼ਾਂ ਨੇ। ਕਈ ਵਾਰੀ ਮੈਂ ਬਹੁਤ ਵਾਰੀ ਇਹ ਦੱਸਦਾ ਸਟੂਡੈਂਟਸ ਨੂੰ ਕਿ ਬਹੁਤ ਵਾਰੀ ਜੋ ਜ਼ਿਆਦਾ ਡਾਕੂਮੈਂਟ ਹੈ ਨਾ ਉਹ ਸਾਡੇ ਖਿਲਾਫ ਹੋ ਜਾਂਦੇ ਆ। ਤਾਂ ਕੀ ਲਾਉਣਾ ਕਿਵੇਂ ਲਾਣਾ ਬਹੁਤ ਸੋਚ ਸਮਝ ਕੇ ਲਾਣਾ। ਤੁਸੀਂ ਇੱਕ ਵਾਰੀ ਸੈਂਡ ਕਰੋ ਕਿਉਂਕਿ ਦੇਖਿਆ ਜਾਏ ਤਾਂ ਪ੍ਰੋਫਾਈਲ ਬੁਰਾ ਨਹੀਂ ਹੈ। ਵੀਜ਼ਾ ਆਉਣਾ ਚਾਹੀਦਾ ਸੀ ਹਮੇਸ਼ਾ। ਅਗਰ ਤੁਸੀਂ ਗ੍ਰੈਜੂਏਟ ਹੋ 6.5 ਹੈ ਜਾਂ 6 ਹੈ ਈਚ 6 ਹੈ 1 ਵੀ 5.5 ਹੈ ਕੋਰਸ ਸਿਲੈਕਸ਼ਨ ਬਹੁਤ ਵੱਡਾ ਰੋਲ ਅਦਾ ਕਰਦਾ। ਐਸਓਪੀ ਦਾ ਰੋਲ ਕੀ ਰਹਿੰਦਾ? ਐਸਓਪੀ ਤਾਂ ਦੇਖੋ ਐਸਓਪੀ ਵਿੱਚ ਤਾਂ ਇਹ ਜੋ ਗੈਪ ਹੋ ਗਿਆ ਜੇ ਤੁਸੀਂ ਕੰਮ ਕਰ ਰਹੇ ਸੀ ਮਤਲਬ ਇੱਕ ਬੇਸ ਤਾਂ ਉਹਨੂੰ ਹੀ ਬਣਾਉਣਾ ਨਾ ਕਵਰਿੰਗ ਲੈਟਰ। ਬਿਲਕੁਲ ਕਵਰਿੰਗ ਲੈਟਰ ਤਾਂ ਦੇਖੋ ਉਹਦੀ ਇੰਪੋਰਟੈਂਸ ਅਸੀਂ ਹਮੇਸ਼ਾ ਘੱਟ ਨਹੀਂ ਕਹਿ ਸਕਦੇ ਕਿਉਂਕਿ ਕਵਰਿੰਗ ਲੈਟਰ ਕਈ ਵਾਰੀ ਬਹੁਤ ਵੀਕ ਪ੍ਰੋਫਾਈਲ ਨੂੰ ਵੀ ਵੀਜ਼ਾ ਦਵਾ ਦਿੰਦਾ ਹੈ ਔਰ ਕਵਰਿੰਗ ਲੈਟਰ ਹਮੇਸ਼ਾ ਉੱਥੇ ਬਹੁਤ ਵੱਡਾ ਰੋਲ ਅਦਾ ਕਰਦਾ ਅਮਨ ਜੀ ਜਿੱਥੇ ਤੁਸੀਂ ਆਪਣੀ ਫੀਲਡ ਚੇਂਜ ਕਰ ਰਹੇ ਹੋ ਉੱਥੇ ਤਾਂ ਕਵਰਿੰਗ ਲੈਟਰ ਬਹੁਤ ਜ਼ਿਆਦਾ। ਅੱਛਾ ਹੁਣ ਚਾਂਸਸ ਕੀ ਹੈ ਇਹ ਪ੍ਰੋਫਾਈਲ ਦੇ ਕੀ ਲੱਗਦੇ? ਦੇਖੋ ਬੜੀ ਸਾਰੀ ਚੀਜ਼ਾਂ ਦੇਖਣ ਵਾਲੀਆਂ ਕਿ ਬੀਕਾਮ ਕਦੋਂ ਕੀਤੀ ਨੰਬਰ ਕੀ ਸੀ ਕਿੰਨੇ ਸਾਲ ਦਾ ਗੈਪ ਹੈ ਆਇਲਸ ਕਿੰਨੀ ਵਾਰ ਕਰ ਰਹੇ ਸੀ ਉਸ ਤੋਂ ਬਾਅਦ ਇਹਨਾਂ ਨੇ ਐਸਓਪੀ ਕੀ ਲਿਖ ਕੇ ਲਾਤੀ। ਇਹ ਸਾਰੀ ਚੀਜ਼ਾਂ WhatsApp ਕਰ ਦੇਣ ਦੈਨ ਡੈਫੀਨੇਟਲੀ। ਔਰ ਇੱਕ ਚੀਜ਼ ਹੋਰ ਆ ਅਗਰ ਮੂਵ ਹੋ ਸਕਦਾ ਤਾਂ ਅੱਜ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਬਰਦਸਤ ਰਿਜ਼ਲਟ ਹੈ ਵੀਜ਼ਾ ਸਕਸੈਸ ਰੇਟ ਬੜਾ ਸਟਰੋਂਗ ਹੈ। ਔਰ ਮੈਂ ਇੱਕ ਗੱਲ ਸਮਝਾ ਦੇਣਾ ਚਾਹੁੰਦਾ ਹਮੇਸ਼ਾ ਇਮੀਗ੍ਰੇਸ਼ਨ ਤੁਸੀਂ ਟਰੈਵਲ ਅਬਰੋਡ ਇਹ ਅਜਿਹੀ ਚੀਜ਼ ਹੈ ਜਿਹਦੇ ਵਿੱਚ ਮੌਕਾ ਸੰਭਾਲ ਲੈਣਾ ਚਾਹੀਦਾ ਮੌਕੇ ਤੋਂ ਦੇਖਦੇ ਹੋਏ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਅਗਰ ਤੁਹਾਡਾ ਡਿਸਾਈਡ ਆ ਕਿ ਅਗਰ ਕੰਟਰੀਜ਼ ਹਮੇਸ਼ਾ ਤੁਹਾਡੇ ਕੋਲ 1-2 ਆਪਸ਼ਨਸ ਹੋਣੀਆਂ ਚਾਹੀਦੀਆਂ ਜਿਹਦੇ ਵਿੱਚ ਤੁਸੀਂ ਜਾ ਕੇ ਸਟੱਡੀ ਕਰ ਸਕੋ ਵਰਕ ਕਰ ਸਕੋ ਔਰ ਸੈਟਲ ਹੋ ਸਕੋ ਕਿਉਂਕਿ ਸਿਰਫ ਜਾਣਾ ਵੀ ਇੱਕ ਮੋਟਿਵ ਦਾ ਹੱਲ ਨਹੀਂ ਹੈ ਕਿ ਸਿਰਫ ਮੈਂ ਵੀਜ਼ਾ ਹੀ ਲੈਣਾ ਪਹੁੰਚ ਗਿਆ ਉਸ ਤੋਂ ਬਾਅਦ ਦੇਖ ਲਾਂਗਾ ਤਾਂ ਐਸਾ ਨਹੀਂ ਹੈ। ਬਹੁਤ ਵਾਰੀ ਸਾਡੇ ਸਟੂਡੈਂਟਸ ਨੂੰ ਇਹੀ ਹੁੰਦਾ ਕਿ ਮੈਨੂੰ ਪਹੁੰਚਾ ਦਿਓ ਮੈਂ ਉਸ ਤੋਂ ਬਾਅਦ ਦੇਖਾਂਗਾ ਔਰ ਫਾਈਲ ਇੱਕ ਵਾਰ ਤੋਂ ਬਾਅਦ ਚੇਂਜਸ ਕਰਕੇ ਲਾਉਣੀ ਆ ਵਾਰ-ਵਾਰ ਸੇਮ ਫਾਈਲ ਨਹੀਂ ਲਾ ਦੇਣੀ ਕਿਉਂਕਿ ਵਾਰ-ਵਾਰ ਸੇਮ ਫਾਈਲ ਨਾਲ ਚਾਂਸਸ ਨਹੀਂ ਵੱਧਦੇ ਚਾਂਸਸ ਟੂ ਗੈਟਿੰਗ ਵੀਜ਼ਾ ਡਿਕਰੀਜ਼ ਹੋ ਜਾਂਦੇ ਆ। ਫਾਈਲ ਲਾਉਣੀ ਹੈ ਉਹਦੇ ਚ ਕੀ ਆਪਾਂ ਰਿਮਾਰਕੇਬਲ ਚੇਂਜਸ ਕਰ ਰਹੇ ਹਾਂ ਉਹ ਨੋਟ ਕਰਕੇ ਲਾਉਣੀ ਹੈ। ਨੈਕਸਟ ਕਾਲਰ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਲਾਈਵ ਪ੍ਰੋਗਰਾਮ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਕੀ ਪੁੱਛਣਾ ਚਾਹੁੰਦੇ ਹੋ ਜੀ? ਸਰ ਮੈਂ ਮੇਰੀ ਬੇਟੀ ਦੇ ਨਾ ਕਿ ਜਨਵਰੀ ਇਨਟੇਕ ਲਈ ਕੈਨੇਡਾ ਲਈ ਫਾਈਲ ਆਈ ਸੀ। ਅੱਛਾ ਜੀ ਤੇ ਉਹਦੀ ਰਿਫਿਊਜ਼ਲ ਆਈ ਆ। ਕੀ ਕਾਰਨ ਹੈ ਜੀ ਰਿਫਿਊਜ਼ਲ ਦੇ? ਰਿਫਿਊਜ਼ਲ ਤੋਂ ਉਹਨਾਂ ਨੇ ਇਹੀ ਲਿਖਿਆ ਵੀ ਉਹਨੇ ਤੁਹਾਡਾ ਜਿੱਥੇ ਤੁਸੀਂ ਪੜ੍ਹਨ ਜਾਣਾ ਉਹਦੇ ਵਾਸਤੇ ਤੁਹਾਡੇ ਆਈਲੈਂਸ ਸਕੋਰ ਘੱਟ। ਪਰ ਕੀ ਪ੍ਰੋਫਾਈਲ ਹੈ ਜੀ ਬੱਚੇ ਨੇ ਸਟੱਡੀ ਕੀ ਕੀਤੀ ਬੇਟੀਆਂ ਨੇ? ਬੱਚੇ ਨੇ +2 ਕੀਤੀ ਹੋਈ ਸੀਗੀ। ਕਿਹੜੇ ਸਾਲ ਚ? ਉਹ 2019 ਚ 2019 205 ਸੀਗੇ ਤਾਂ ਕਰਕੇ ਹੁਣ ਜੇ ਕੇਸ ਦੁਆਰਾ ਲਾਣਾ ਹੋਵੇ ਤਾਂ ਸਾਨੂੰ ਉਹਨਾਂ ਕੱਲਾ ਆਈਲੈਂਡ ਨੂੰ ਹੀ ਮੈਂਸ਼ਨ ਕੀਤਾ ਵੀ ਆਈਲੈਂਡ ਜਿਹੜੀ ਤੁਸੀਂ ਪੜ੍ਹਾਈ ਕਰਨ ਜਾਂਦੇ ਉਹਦੇ ਨਾਲ ਤੁਹਾਡੇ ਇੰਗਲਿਸ਼ ਦੇ ਜਿਹੜਾ ਬੈਂਡ ਨੇ ਉਹ ਘੱਟ ਨੇ ਫਿਊਜ਼ਨ ਤੇ ਹੀ ਲਿਖਿਆ ਹੈ +2 ਸਬਜੈਕਟ। ਬਿਲਕੁਲ ਜੀ ਮੈਂ ਥੋੜਾ ਜਿਹਾ ਸਵਾਲ ਕਰਨਾ ਚਾਹੁੰਦਾ +2 ਸਬਜੈਕਟ ਕਿਹੜੇ ਸੀਗੇ? ਉਹਦੇ ਕੋਲ ਕਾਮਰਸ ਸੀਗੀ ਜੀ। ਕਾਮਰਸ ਕਿੰਨੇ % ਨੰਬਰ ਸੀਗੇ? ਉਹਦੇ 72% ਨੰਬਰ ਸੀਗੇ। 72 ਕੀ ਕਹਿਣਾ ਕਰੋ ਜੀ 2 ਚੋਂ 5.5 ਦੇਖੋ ਆਈਲੈਟ ਦੁਆਰਾ ਕਰਕੇ ਲੱਗੂਗੀ ਫਾਈਲ ਉਹਦੀ ਤੇ ਕਿੰਨੇ ਬੈਂਡ ਹੋਣੇ ਚਾਹੀਦੇ? ਦੇਖੋ ਬੈਂਡ ਅਗਰ ਆਇਲਸ ਦੁਬਾਰਾ ਕਿਉਂਕਿ ਯੂ ਹੈਵ ਟਾਈਮ ਆਇਲਸ ਦੁਬਾਰਾ ਕਰ ਲਓ ਮਈ ਇਨਟੇਕ ਵਿੱਚ ਅਸੀਂ ਐਡਮਿਸ਼ਨ ਲੈ ਦਾਂਗੇ ਬਟ ਸਾਰੇ ਡਾਕੂਮੈਂਟਸ ਤੁਹਾਡੇ ਚਾਹੀਦੇ ਹੈ। ਆਇਲਸ ਜੋ ਹੈ ਉਹ 6 ਈਚ ਚਾਹੀਦੇ ਆ ਓਵਰਆਲ ਵੀ 6 ਚਾਹੀਦੇ ਹੈ ਫॉर SDS 2 ਵੀ 5.5 ਹੈ 10-15 ਦਿਨ ਮਿਹਨਤ ਕਰਕੇ ਇੰਪਰੂਵ ਕਰ ਲਓ ਕੋਈ ਪ੍ਰੋਬਲਮ ਨਹੀਂ ਆਏਗੀ ਬਿਕੋਜ਼ ਅਗਰ ਤੁਸੀਂ ਆਇਲਸ ਕਿਸ ਤਰ੍ਹਾਂ ਕਰੈਕ ਕਰਨੀ ਹੈ ਉਹਦੇ ਲਈ ਕੋਈ ਗਾਈਡਲਾਈਨਸ ਚਾਹੁੰਦੇ ਹੋ ਤਾਂ ਵੀ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਸੈਕਿੰਡ ਚੀਜ਼ ਰਿਫਿਊਜ਼ਲ ਲੈਟਰ LOA ਔਰ ਇਹਦੇ ਡਾਕੂਮੈਂਟ
WhatsApp ਕਰ ਦਿਓ, ਮੈਂ ਤੁਹਾਨੂੰ ਫ੍ਰੀ ਆਫ ਕਾਸਟ ਕਾਉਂਸਲਿੰਗ ਦੇ ਦਾਂਗਾ ਕਿ ਐਕਚੁਅਲ ਕਾਰਨ ਕੀ ਸੀ ਔਰ ਸਾਨੂੰ ਨੈਕਸਟ ਵੀਜ਼ਾ ਲੈਣ ਲਈ ਕੀ ਚੇਂਜਸ ਕਰਨੇ ਚਾਂਸਸ ਕੀ ਰਹਿੰਦੇ ਇੱਕ ਰਿਜੈਕਸ਼ਨ ਤੋਂ ਬਾਅਦ ਵੀਜ਼ਾ ਲੈਣ ਦੇ, ਕਿਉਂਕਿ 2 ਸਵਾਲ ਲਗਾਤਾਰ ਰਿਜੈਕਸ਼ਨ ਦੇ? ਦੇਖੋ ਉਹਦੇ ਵਿੱਚ ਚਾਂਸਸ ਇਹ ਆ ਅਮਨ ਜੀ, 2-3 ਚੀਜ਼ਾਂ ਡਿਪੈਂਡ ਹੈ। ਆਇਲਸ ਸਿੱਧਾ ਲਿਖਿਆ ਸਾਫ਼ ਲਿਖਿਆ ਰਿਫਿਊਜ਼ਲ ਵਿੱਚ, ਫਿਰ ਆਇਲਸ ਤਾਂ ਚੇਂਜ ਕਰਨਾ ਪਏਗਾ। ਉਸ ਤੋਂ ਬਾਅਦ ਅਸੀਂ ਇਹ ਦੇਖਣਾ ਹੈ ਕਿ 72% ਨੰਬਰ ਹੈ, ਜੋ ਮੇਜਰ ਸਬਜੈਕਟ ਸੀ ਉਹਦੇ ਵਿੱਚ ਕਿੰਨੇ ਹੈ, ਓਕੇ, ਜਿਸ ਦੇ ਬੇਸ ਤੇ ਅਸੀਂ ਅੱਗੇ ਕੋਰਸ ਲਿਆ। ਮਤਲਬ ਓਵਰਆਲ ਪਰਸੈਂਟੇਜ ਨਾਲੋਂ ਮੇਜਰ ਇੰਡੀਵਿਜੂਅਲੀ ਸਬਜੈਕਟ ਦੇ ਪਰਸੈਂਟੇਜ ਕਾਊਂਟ ਬਿਲਕੁਲ। ਹੁਣ ਗੱਲ ਸਮਝੋ ਤੁਸੀਂ, ਅਸੀਂ ਬਹੁਤ ਵਾਰ ਸੁਣਦੇ ਆ ਮੇਰਾ 6 ਸੀ, 1 ਵੀ 5.5 ਸੀ, 92% ਨੰਬਰ ਸੀ, ਮੈਂ ਰਿਫਿਊਜ਼ ਹੋ ਗਿਆ। ਹੁਣ ਅਸੀਂ ਵੀ ਸੋਚਦੇ ਹਾਂ, ਤੁਸੀਂ ਵੀ ਸੋਚਦੇ ਹੋ ਕਿ ਰਿਫਿਊਜ਼ ਕਿਵੇਂ ਹੋ ਗਿਆ। ਹੁਣ 92 ਵਿੱਚ ਸਬਜੈਕਟ ਹੀ ਹਿਸਟਰੀ ਤੇ ਫਿਜ਼ੀਕਲ ਸਾਇੰਸ ਸੀਗਾ। ਹੁਣ ਉਹਦੇ ਰੈਲੇਵੈਂਸ ਕੋਰਸ ਕਿਹੜਾ ਲਿੱਤਾ ਤੁਸੀਂ, ਕੀ ਆਪਦੇ ਫਿਊਚਰ ਜੋ ਗੋਲਸ ਦਿਖਾਏ, ਬੜੀ ਚੀਜ਼ਾਂ ਨੇ। ਇਸ ਤੋਂ ਚੰਗਾ 60% ਨੰਬਰ ਲਿੱਤੇ ਹੋਣ ਔਰ 60% ਨੰਬਰ ਜੋ ਹੈ ਉਹ ਤੁਹਾਡੇ ਆਉਣ ਕਾਮਰਸ ਵਿੱਚ ਜਾਂ ਮੈਥਮੈਟਿਕਸ ਹੋਵੇ, ਉਹ ਜ਼ਿਆਦਾ ਵਧੀਆ ਰਹਿੰਦਾ, ਜ਼ਿਆਦਾ ਵਧੀਆ। ਹੈਲੋ ਹੈਲੋ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਤੁਹਾਡੀ ਐਡ ਦੇਖੀ ਸੀ ਟੀਵੀ ਤੇ। ਜੀ ਜੀ ਬਿਲਕੁਲ, ਤੁਸੀਂ ਲਾਈਵ ਗੱਲ ਕਰ ਰਹੇ ਹੋ ਰਜੇ, ਆਪਣਾ ਨਾਮ ਦੱਸ ਦਿਓ ਤੇ ਪੁੱਛੋ ਕੀ ਸਵਾਲ ਹੈ। ਵਰਕ ਫਰਮ ਹੋਮ ਲਈ ਜੌਬ ਵਾਸਤੇ ਕੀਤਾ ਸੀ ਫੋਨ, ਜਗਦੀਪ ਕੌਰ। ਰਜੇ ਇਹ ਜਿਹੜਾ ਚੱਲ ਰਿਹਾ ਸ਼ੋਅ, ਇਹਦੇ ਵਿੱਚ ਸਟੂਡੈਂਟ ਵੀਜ਼ਾ ਦੀ ਗੱਲ ਕਰ ਰਹੇ ਹਾਂ ਅਸੀਂ। ਓਕੇ ਸਰ ਜੀ। ਸੋ ਬਿਲਕੁਲ ਜੀ, ਬੱਚੀ ਨੇ ਕਾਲ ਕੀਤਾ, ਬਟ ਇਹ ਵੀ ਅੱਜ ਬੜੀ ਵੱਡੀ ਪ੍ਰੋਬਲਮ ਹੈ ਆਫਟਰ ਦਾ ਕੋਵਿਡ, ਜੌਬਸ ਨਹੀਂ ਹੈਗੀਆਂ। ਐਕਚੁਅਲੀ ਪਤਾ ਕੀ ਹੈ ਅਮਨ ਜੀ, ਗੱਲ ਇਹ ਹੈ ਕਿ ਤੁਸੀਂ ਜਿਸ ਸਾਨੂੰ ਪ੍ਰੋਬਲਮ ਕੀ ਹੈ ਕਿ ਅਸੀਂ ਪੜ੍ਹਦੇ ਕੁਝ ਹੋਰ ਰਹਿੰਦੇ ਆ, ਕੰਮ ਕੋਈ ਹੋਰ ਲੱਭਦੇ ਆ। ਫਿਰ ਉਸ ਕੰਮ ਦੇ ਵਿੱਚ ਅਸੀਂ ਸਪੈਸ਼ਲਾਈਜੇਸ਼ਨ ਲਈ ਐਕਚੁਅਲੀ ਸਾਡਾ ਕਲਚਰ ਕੀ, ਅਸੀਂ ਜ਼ਿਗਜ਼ੈਗ ਤਰੀਕੇ ਨਾਲ ਬਹੁਤ ਜਲਦੀ ਜੋ ਹੈ ਉਹ ਆਪਣੇ ਆਪ ਨੂੰ ਇੰਪਰੂਵ ਕਰਨਾ ਚਾਹੁੰਦੇ ਆ ਜਾਂ ਆਪਣੇ ਆਪ ਨੂੰ ਕਾਮਯਾਬ ਕਰਨਾ ਚਾਹੁੰਦੇ ਆ, ਬਟ ਇਟ ਇਜ਼ ਨਾਟ ਪੋਸੀਬਲ। ਕੋਈ ਵੀ ਕੰਮ ਹੈ, ਕੁਝ ਵੀ ਸਿੱਖਣਾ ਹੈ, ਤੁਸੀਂ ਇਮੀਗ੍ਰੇਸ਼ਨ ਏਜੰਟ ਬਣਨਾ ਚਾਹੁੰਦੇ ਹੋ, ਤੁਸੀਂ ਇਸ ਵਿੱਚ ਕੰਮ ਕਰਨਾ ਚਾਹੁੰਦੇ ਹੋ, ਬਟ ਇਟ ਵਿਲ ਟੇਕ ਟਾਈਮ। ਅੱਜ 10-12 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ, ਤਾਂ 10 ਸਾਲ ਜ਼ਿੰਦਗੀ ਦੇ ਕੋਈ ਵੀ ਜੋ ਚੀਜ਼ ਉਹ ਲੈਂਦੀ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਰਿਫਿਊਜ਼ਲ ਹੋਈ ਤੇ ਕਾਲਜ ਚ ਫੀਸ ਵਾਪਸ ਕਰ ਦਿੰਦੇ ਨੇ? ਬਿਲਕੁਲ ਕਰ ਦਿੰਦੇ ਨੇ ਜੀ। ਦੇਖੋ ਫੀਸ ਤੇ ਮੈਂ 2-3 ਚੀਜ਼ਾਂ ਬੈਂਕ ਦੇ ਵਿੱਚ ਹੁੰਦੀ ਉਹ ਵੀ ਵਾਪਸ ਆ ਜਾਂਦੀ ਹੈ ਤੇ ਕਿੰਨੇ ਕੁ ਕੱਟਦੇ ਨੇ ਉਹ? ਬੈਂਕ ਚ ਜਿਹੜਾ GIC ਅਕਾਊਂਟ ਤੁਸੀਂ ਖੋਲਿਆ ਜੀ? ਹਾਂਜੀ। ਇਹ ਮੈਂ ਜ਼ਰੂਰ 2 ਚੀਜ਼ਾਂ ਕਲੀਅਰ ਕਰਨਾ ਚਾਹੁੰਦਾ। ਜਿਹੜਾ GIC ਤੁਸੀਂ ਅਕਾਊਂਟ ਖੋਲ੍ਹਿਆ ਉਹ ਵੀ ਵਾਪਸ ਆਉਂਦਾ ਔਰ ਫੀਸ ਵੀ ਵਾਪਸ ਆਉਂਦੀ ਹੈ। ਔਰ ਐਕਚੁਅਲੀ ਇਹਦਾ ਟਾਈਮ ਹੁੰਦਾ, GIC ਜੋ ਹੈ 15 ਤੋਂ 20 ਦਿਨਾਂ ਵਿੱਚ ਆ ਜਾਂਦਾ ਹੈ। ਬਟ GIC ਲਈ ਮੈਂ ਬਿਲਕੁਲ ਸਪੈਸ਼ਲ ਇੱਕ ਗੱਲ ਦੱਸਣਾ ਚਾਹੁੰਦਾ, ਬੜੇ ਸਾਰੇ ਕੇਸ ਸ਼ਾਮਿਲ ਆ ਗਏ। ਜਦੋਂ ਅਕਾਊਂਟ ਡਿਟੇਲ ਭਰਦਾ ਬੰਦਾ ਤਾਂ ਉਹ ਬੱਚੇ ਦੀ ਜਾਂ ਉਹਦੇ ਫਾਦਰ ਮਦਰ ਦੀ ਛੱਡ ਕੇ ਕਈ ਵਾਰੀ ਕਿਸੇ ਹੋਰ ਦੀ ਭਰ ਦਿੰਦਾ। ਇਸ ਤੋਂ ਇਲਾਵਾ ਜਦੋਂ ਤੁਸੀਂ ਅਕਾਊਂਟ ਡਿਟੇਲ ਕਿਸੇ ਹੋਰ ਦੀ ਭਰ ਦੋਗੇ, ਫਿਰ GIC ਤੁਹਾਡਾ ਵਾਪਸ ਨਹੀਂ ਹੁੰਦਾ, ਆ ਕੇ ਵਾਪਸ ਚਲਾ ਜਾਂਦਾ। ਫਿਰ ਤੁਹਾਨੂੰ ਬਹੁਤ ਟਾਈਮ ਵੇਟ ਕਰਨਾ ਪੈਂਦਾ। ਤਾਂ ਜਦੋਂ ਤੁਸੀਂ ਰਿਫੰਡ ਲਈ ਅਪਲਾਈ ਕਰਦੇ ਹੋ, ਮੇਕ ਸ਼ੋਰ ਤੁਸੀਂ ਸਟੂਡੈਂਟ ਦਾ ਹੀ ਖਾਤਾ ਦਿਓ ਜਾਂ ਮੈਕਸਿਮਮ ਉਹਦੇ ਫਾਦਰ ਦਾ ਖਾਤਾ ਦਿਓ। ਇਸ ਤੋਂ ਇਲਾਵਾ ਅਗਰ ਤੁਸੀਂ ਕੋਈ ਵੀ ਡਿਟੇਲਸ ਸਬਮਿਟ ਕਰਦੇ ਹੋ ਔਰ ਪ੍ਰੂਵ ਨਹੀਂ ਕਰ ਪਾਉਂਦੇ, ਇਹ ਮੈਰਿਡ ਕੇਸਿਸ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ ਜੀ। ਉਹ ਆਪਣੇ ਫਾਦਰ ਇਨ ਲਾਅ ਦਾ ਜਾਂ ਕਿਸੇ ਮਦਰ ਇਨ ਲਾਅ ਦਾ ਖਾਤਾ ਦੇ ਦਿੰਦੇ ਆ। ਫਿਰ ਇਹ ਬੱਚਿਆਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਜੋ ਹੈ ਉਹ ਫੇਸ ਕਰਨੀ ਪੈਂਦੀ ਹੈ ਔਰ ਉਹਨਾਂ ਨੂੰ ਡਾਊਟ ਹੁੰਦਾ ਵੀ ਪੈਸੇ ਵਾਪਸ ਆਉਣਗੇ ਨਹੀਂ ਆਉਣਗੇ। ਰਿਜੈਕਸ਼ਨ ਤੇ ਕਾਫੀ ਸਵਾਲ ਆਏ ਨੇ ਜੀ। ਅਗਲਾ ਸ਼ੋਅ ਕੋਸ਼ਿਸ਼ ਕਰਾਂਗੇ ਜਿਹੜਾ ਵੀ ਕਰੀਏ ਗੌਰਵ ਜੀ ਨੂੰ ਲੈ ਕੇ, ਉਹ ਰਿਜੈਕਸ਼ਨ ਵਾਲੇ ਬੱਚਿਆਂ ਲਈ ਗੱਲ ਕਰੀਏ। ਰਿਜੈਕਸ਼ਨਸ ਬਹੁਤ ਹੈ ਕਿਉਂਕਿ ਜਿਸ ਤਰਫ ਇਹ ਸਾਰੀ ਰਿਜੈਕਸ਼ਨਸ ਦੀ ਪ੍ਰੋਬਲਮ ਹੀ ਵਾਇਲੇਸ਼ਨ ਹੈ ਜਾਂ ਓਵਰ ਸਹੀ ਤਰ੍ਹਾਂ ਰਿਪਰੈਜ਼ੈਂਟ ਨਾ ਕਰਨਾ ਪਾਏ, SOP ਦੀ ਪ੍ਰੋਬਲਮ ਹੈ। ਇਹ ਬੜੀ ਸਾਰੀ ਚੀਜ਼ਾਂ ਜੋ ਨੇ ਉਹ ਨਿਕਲ ਕੇ ਜੋ ਹੈ ਸਾਹਮਣੇ ਆਉਂਦੀਆਂ ਔਰ ਇਹ ਉਸ ਦੌਰਾਨ ਹੈ, ਇਹ ਰਿਜੈਕਸ਼ਨਸ ਦੀ ਦੌਰਾਨ ਦੇਖਣਾ ਤੁਸੀਂ ਇੱਕ ਦਿਨ ਡੇਟ ਪੁੱਛਣਾ ਤੇ ਉਸ ਦੌਰਾਨ ਹੈ ਜਦੋਂ ਅਸੀਂ ਲੋਕਾਂ ਨੂੰ ਮਨਾ ਕਰ ਰਹੇ ਸੀ ਕਿ ਸੌਫਟਵੇਅਰ ਵਿਲ ਡਿਸਾਈਡ, ਹਾਲੇ ਰੁਕ ਜਾਓ, ਫਾਈਲਾਂ ਨਹੀਂ ਲਾਓ। ਉਸ ਦੌਰਾਨ ਜੋ ਵੀ ਫਾਈਲਾਂ ਲਾਂਚ ਹੋਈਆਂ ਉਹਦੇ ਵਿੱਚ ਰਿਜੈਕਸ਼ਨ ਦੀ ਪ੍ਰੋਬਲਮ ਜੋ ਹੈ ਉਹ ਦੇਖਣ ਨੂੰ ਮਿਲੀ। ਸੋ ਕੋਸ਼ਿਸ਼ ਕੀਤੀ ਹੈ ਜੀ ਜਿੰਨਾ ਸਮਾਂ ਸ਼ੋਅ ਦਾ ਸੀਗਾ ਕਾਲਸ ਲੈ ਕੇ ਜਾਂ ਗੱਲਬਾਤ ਕਰਕੇ ਗੌਰਵ ਜੀ ਦਾ ਐਕਸਪੀਰੀਅੰਸ ਕਰਕੇ ਤੁਹਾਨੂੰ ਗਾਈਡ ਕਰਨ ਦੀ। ਕੁਛ ਰਹਿ ਗਿਆ ਹੋਵੇ ਗੱਲਬਾਤ ਤਾਂ ਤੁਸੀਂ ਡਾਇਰੈਕਟਲੀ 95 980 95 980 ਦੇ ਉੱਤੇ ਕਾਲ ਕਰਕੇ ਫ੍ਰੀ ਆਫ ਕਾਸਟ ਕਾਉਂਸਲਿੰਗ ਦੀ ਸਰਵਿਸ ਜਿਹੜੀ ਆ ਉਹ ਲੈ ਸਕਦੇ ਹੋ। ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ, ਬਟ ਗੌਰਵ ਜੀ ਸ਼ੋਅ ਚੱਲਦੀ। ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ ਸਾਰੇ ਦਰਸ਼ਕਾਂ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।